ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਹਨਾਂ ਮਹੀਨਿਆਂ ਦੇ ਵਿੱਚ ਕੀ ਕਰਨਾ ਉਹਨਾਂ ਦੇ ਲਈ ਜ਼ਰੂਰੀ ਹੈ ਇਨਕਮ ਟੈਕਸ ਦੇ ਪੱਖ ਤੋਂ? ਅਸੀਂ ਇੱਕ ਨੌਨ ਫਾਈਲਿੰਗ ਟੈਕਸ ਫਾਈਲਿੰਗ ਕਲਚਰ ਤੋਂ ਉੱਠ ਕੇ ਆਉਂਦੇ ਹਾਂ। ਅਗਰ ਉਹ ਦਸੰਬਰ 31 ਤੱਕ ਕੈਨੇਡਾ ਆ ਗਿਆ ਆ, ਉਹ ਸਟੂਡੈਂਟ ਹੈ ਜਾਂ ਵਰਕ ਪਰਮਿਟ ਹੋਲਡਰ ਹੈ ਜਾਂ PR ਹੈ ਜਾਂ ਸਿਟੀਜ਼ਨ ਹੈ, ਉਹਨੂੰ ਕੈਨੇਡਾ ਦੇ ਵਿੱਚ ਨੈਕਸਟ ਈਅਰ ਦੇ ਵਿੱਚ ਟੈਕਸ ਫਾਈਲ ਕਰਨਾ ਜ਼ਰੂਰੀ ਹੈ। ਬਿਲਕੁਲ ਜੀ, ਅਗਰ ਕੋਈ ਇਨਕਮ ਹੈ ਜਾਂ ਇਨਕਮ ਨਹੀਂ ਹੈ, ਅਗਰ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਇਸ਼ੂ ਹੋ ਚੁੱਕਾ ਹੈ, ਅਗਰ ਤੁਸੀਂ ਸਟੂਡੈਂਟ ਦਾ ਸਟੇਟਸ ਰੱਖਦੇ ਹੋ ਤਾਂ ਤੁਹਾਡੇ ਵਾਸਤੇ ਟੈਕਸ ਫਾਈਲ ਕਰਨਾ ਜ਼ਰੂਰੀ ਹੈ। T4 ਦੀ ਉਡੀਕ ਤੁਸੀਂ ਉੱਥੇ ਕਰਨੀ ਆ ਜਿੱਥੇ ਗ੍ਰੋਸ ਅਮਾਉਂਟ ਦੇ ਵਿੱਚੋਂ CPP EI ਤੇ ਟੈਕਸ ਦੀ ਰਕਮ ਕੱਟ ਕੇ ਤੁਹਾਨੂੰ ਨੈਟ ਚੈੱਕ ਮਿਲਿਆ। ਕੰਟਰੈਕਟ ਬੇਸ ਕੰਮ ਕਰਦੇ ਸੀ, ਜਿੱਥੇ ਤੁਹਾਡੀ ਕੋਈ ਡਿਡਕਸ਼ਨ ਨਹੀਂ ਕੱਟੀ ਗਈ ਉੱਥੇ ਤੁਹਾਨੂੰ T4 ਸਲਿੱਪ ਨਹੀਂ ਮਿਲੇਗੀ। ਆਪਣੇ ਅਕਾਊਂਟੈਂਟ ਦੇ ਕੋਲ April 30 ਤੋਂ ਪਹਿਲਾਂ ਜਾਓ, ਉਹਨਾਂ ਨੂੰ ਦੱਸੋ ਕਿ ਮੈਂ ਇਹ ਇਨਕਮ ਅਰਨ ਕੀਤੀ ਆ ਪਰ ਮੇਰੇ ਕੋਲ ਕੋਈ ਸਲਿੱਪ ਨਹੀਂ ਆ, ਤਾਂ ਉਹ ਅਪਰੋਪਰੀਏਟ ਤਰੀਕੇ ਨਾਲ ਤੁਹਾਡੀ ਟੈਕਸ ਨੂੰ ਬਣਾ ਕੇ ਫਾਈਲ ਕਰ ਦੇਣ। ਕੈਨੇਡਾ ਰੈਵਨਿਊ ਏਜੰਸੀ ਕੈਨੇਡਾ ਦਾ ਉਹ ਡਿਪਾਰਟਮੈਂਟ ਹੈ ਜਿਹੜਾ ਕੈਨੇਡਾ ਨੂੰ ਰਨ ਕਰ ਰਿਹਾ। ਇਸ ਡਿਪਾਰਟਮੈਂਟ ਦੀ ਸਾਨੂੰ ਕੈਨੇਡਾ ਆਉਣ ਤੋਂ ਲੈ ਕੇ ਅਖੀਰਲੇ ਸਾਹ ਤੱਕ ਲੋੜ ਪੈਣੀ। ਜੇ ਆਪਾਂ ਇਨਕਮ ਟੈਕਸ ਫਾਈਲ ਹੀ ਨਹੀਂ ਕਰਦੇ, ਮੰਨ ਲਓ ਆਪਾਂ ਕੰਮ ਕੀਤਾ, ਜੇ ਨਹੀਂ ਫਾਈਲ ਕਰਦੇ, ਚੇਤਾ ਭੁੱਲ ਗਿਆ, ਫਿਰ ਉਹਦੇ ਨੁਕਸਾਨ ਕੀ ਹੋ ਸਕਦੇ? ਇਸ ਤਰ੍ਹਾਂ ਦੇ ਸਟੂਡੈਂਟ ਜਾਂ ਹੋਰ ਲੋਕ ਵੀ ਆਉਂਦੇ ਨੇ ਜਿਨ੍ਹਾਂ ਨੇ 2 ਸਾਲ 3 ਸਾਲ ਦਾ ਟੈਕਸ ਫਾਈਲ ਨਹੀਂ ਕੀਤਾ ਹੋਇਆ। ਅਗਰ ਤੇ ਤੁਸੀਂ ਟੈਕਸ ਰਿਟਰਨ ਦੇ ਵਿੱਚ ਪੈਸਾ ਗਵਰਨਮੈਂਟ ਨੂੰ ਕੋਈ ਉਹ ਕਰਦੇ ਸੀ, ਪਰਮਾਤਮਾ ਕਰੇ ਤੁਸੀਂ ਉਹ ਕਰੋ, ਉਹ ਤੁਸੀਂ ਤਾਂ ਕਰੋਗੇ ਜੇ ਤੁਸੀਂ ਉਸ ਲੈਵਲ ਦੀ ਇਨਕਮ ਤੱਕ ਜਾਓਗੇ। ਕਿਸੇ ਕਾਨੂੰਨ ਦਾ ਮੈਨੂੰ ਨਹੀਂ ਪਤਾ, ਇਹਦਾ ਮਤਲਬ ਇਹ ਨਹੀਂ ਹੈ ਕਿ ਕਾਨੂੰਨ ਹੈ ਨਹੀਂ ਜੀ। ਕਾਨੂੰਨ ਤੇ ਹੈ, ਮੈਂ ਨਹੀਂ ਫਾਈਂਡ ਆਊਟ ਕੀਤਾ। ਜਿਹੜਾ ਬੱਚਾ 20 ਘੰਟੇ ਕੰਮ ਕਰਦਾ, ਬਹੁਤੇ ਪੈਸੇ ਤਾਂ ਕਮਾਉਂਦਾ ਨਹੀਂ, ਉਹ ਇਸ ਗੱਲੋਂ ਤਾਂ ਨਾ ਡਰੇ ਨਾ ਵੀ ਪਤਾ ਨਹੀਂ ਖੈਰ ਮੈਨੂੰ ਟੈਕਸ ਸਰਕਾਰ ਨੂੰ ਬਹੁਤ ਦੇਣਾ ਪੈਣਾ, ਹੋ ਸਕਦਾ ਮੁੜੇ ਜਾਵੇ ਕੁਛ। ਤੁਹਾਡੇ ਵੱਲੋਂ ਪੇ ਕੀਤੀਆਂ ਹੋਈਆਂ ਫੀਸਿਸ ਤੁਹਾਡੇ ਐਜ਼ ਏ ਐਕਸਪੈਂਸ ਕਲੇਮ ਹੋ ਕੇ ਉਹਨੂੰ ਰਿਡਿਊਸ ਕਰ ਦਿੰਦੀਆਂ ਆ। ਇਵਨ ਤੁਹਾਡੀ ਇਨਕਮ ਅਗਰ ਨਹੀਂ ਵੀ ਹੈਗੀ, ਜ਼ੀਰੋ ਇਨਕਮ ਹੈ, ਤਾਂ ਵੀ ਤੁਹਾਨੂੰ ਸਾਲ ਦਾ $300-400 GST ਦਾ ਵਾਪਸ ਆਏਗਾ। ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਬੰਦਾ ਜਿਹਨੇ ਅੱਗੇ ਜਾ ਕੇ PR ਹੋਣਾ, ਕੈਨੇਡਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਹੈ, ਜੇ ਉਹ ਕ੍ਰੈਡਿਟ ਕਾਰਡ ਦੀ ਪੇਮੈਂਟ ਵੇਲੇ ਸਿਰ ਨਹੀਂ ਕਰਦਾ, ਡਿਲੇ ਕਰਦਾ, ਤਾਂ ਉਹਦਾ ਨੁਕਸਾਨ। ਕ੍ਰੈਡਿਟ ਕਾਰਡ ਹੈ, ਕ੍ਰੈਡਿਟ ਕਾਰਡ ਹੈ ਤੁਹਾਡਾ ਉਧਾਰ ਖਾਤਾ। ਅਗਰ ਮੈਂ ਤੁਹਾਡੇ ਤੋਂ ਉਧਾਰ ਲਿਆ, $500 ਉਧਾਰ ਲਿਆ, ਤੁਹਾਨੂੰ 20 ਦਿਨਾਂ ਦੇ ਵਿੱਚ ਦੇ ਦਿੱਤਾ, ਤੁਹਾਡੇ ਤੋਂ ਅਗਲੀ ਵਾਰ ਮੈਂ 1000 ਲੈ ਲਵਾਂਗਾ, ਉਹ ਵੀ ਦੇ ਦਿੱਤਾ। ਤੁਹਾਡਾ ਮੇਰਾ ਉਧਾਰ ਚੱਲਦਾ ਆ ਤਾਂ ਤੁਸੀਂ ਮੇਰੀ ਹਰ ਤਰੀਕੇ ਨਾਲ ਮਦਦ ਕਰੋਗੇ, ਕਿਉਂਕਿ ਹੁਣ ਗੱਲ ਤੇ ਇੱਥੇ ਆਉਣ ਤੋਂ ਲੈ ਕੇ ਮਰਨ ਤੱਕ ਕੰਮ ਦੀ ਹੀ ਹੋਣੀ ਹੈ ਤੇ ਕੰਮਾਂ ਦੇ ਵਿੱਚ ਫਾਈਨੈਂਸ਼ੀਅਲ ਹੈ ਤੇ ਫਾਈਨੈਂਸ ਦੇ ਵਿੱਚ ਕ੍ਰੈਡਿਟ ਕਾਰਡ ਅਹਿਮ ਭੂਮਿਕਾ ਨਿਭਾਉਂਦਾ ਹੈ। ਕੱਲ੍ਹ ਨੂੰ ਘਰ ਲੈਣਾ, ਬੈਂਕ ਤੋਂ ਲੋਨ ਲੈਣਾ, ਸਮੱਸਿਆ ਆਊ। ਬਿਲਕੁਲ ਸਮੱਸਿਆ। ਜੇ ਕੋਈ ਕਾਰੋਬਾਰ ਸ਼ੁਰੂ ਕਰਨਾ, ਕੋਈ ਦੁਕਾਨ ਪਾਉਣੀ ਹੈ, ਉੱਥੇ ਵੀ ਸਮੱਸਿਆ ਆਊ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੇ ਗਾਹੇ ਬਗਾਹੇ ਆਪਾਂ ਕੁਝ ਮਸਲੇ ਛੋਹਣੇ ਹੁੰਦੇ ਆ ਜਿਹੜੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਤੇ ਉਹਨਾਂ ਦੇ ਅਗਲੇ ਜੀਵਨ ਪੰਧ ਦੇ ਨਾਲ ਸੰਬੰਧਿਤ ਹੁੰਦੇ ਆ। ਬਹੁਤ ਵਾਰੀ ਅਸੀਂ ਕੰਮਾਂ ਕਾਰਾਂ ਦੀ ਦੌੜ ਦੇ ਵਿੱਚ, ਪੜ੍ਹਾਈ ਦੀ ਦੌੜ ਦੇ ਵਿੱਚ ਇੰਨਾ ਜ਼ਿਆਦਾ ਰੁੱਝੇ ਹੁੰਦੇ ਆ ਕਿ ਕੁਝ ਛੋਟੇ ਨੁਕਤੇ ਜਿਨ੍ਹਾਂ ਦੇ ਅਸਰ ਮੁੜ ਕੇ ਜ਼ਿੰਦਗੀ ਦੇ ਉੱਤੇ ਵੱਡੇ ਪੈਂਦੇ ਆ, ਉਹ ਨੁਕਤੇ ਛੁੱਟ ਜਾਂਦੇ ਆ। ਤੇ ਹੁਣ ਕਿਉਂਕਿ ਮਹੀਨੇ ਕੁ ਤਾਈਂ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਉਣਾ, ਜਿਹੜੇ ਸਾਲ 6 ਮਹੀਨੇ ਜਿਨ੍ਹਾਂ ਨੂੰ ਆਇਆਂ ਨੂੰ ਹੋ ਗਏ, ਉਹਨਾਂ ਦੇ ਲਈ ਕੁਛ ਇੱਥੇ ਸਟੈਪ ਨੇ। ਕਿਉਂਕਿ ਕਈ ਵਾਰੀ ਆਪਣੀ ਆਦਤ ਹੁੰਦੀ ਹੈ ਕਿ ਆਪਾਂ ਹਰ ਇੱਕ ਚੀਜ਼ ਨੂੰ ਜਿਹੜਾ ਉਹ ਪਹਿਲਾਂ ਹੀ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਫਿਰ ਆਂਢੀਆਂ ਗੁਆਂਢੀਆਂ ਦੀ ਜਾਣਕਾਰੀ ਦੇ ਉੱਤੇ ਨਿਰਭਰ ਕਰਦੇ ਹੁੰਦੇ ਆ। ਸੋ ਅੱਜ ਜਿਹੜੇ ਮਾਪੇ ਇੰਡੀਆ ਦੇ ਵਿੱਚ ਬੈਠੇ ਸੁਣ ਰਹੇ ਨੇ, ਉਹਨਾਂ ਦੇ ਲਈ ਵੀ ਜ਼ਰੂਰੀ ਹੈ ਕਿ ਭਾਈ ਤੁਸੀਂ ਸੁਣ ਕੇ ਆਪਦੇ ਬੱਚਿਆਂ ਨੂੰ ਇੱਥੇ ਦੱਸ ਦੇਣਾ। ਜੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਸੁਣ ਰਹੇ ਨੇ ਤਾਂ ਜ਼ਰੂਰ ਧਿਆਨ ਇਸ ਗੱਲ ਦੇ ਉੱਤੇ ਦੇਣ। ਹੈਰੀਟੇਜ ਇਮੀਗ੍ਰੇਸ਼ਨ ਤੇ ਇਨਕਮ ਟੈਕਸ ਤੋਂ ਜਸਵੀਰ ਸਿੰਘ ਹੋਰੀ ਸਾਡੇ ਨਾਲ ਨੇ। ਪਹਿਲਾਂ ਸਵਾਗਤ ਕਰਦੇ ਹਾਂ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਸ਼ੁਕਰੀਆ ਬਾਠ ਸਾਹਿਬ, ਥੈਂਕ ਯੂ, ਸਤਿ ਸ਼੍ਰੀ ਅਕਾਲ। ਥੋੜੀ ਠੰਡ ਆ, ਜੇ ਕਿਤੇ ਧੁੱਪ ਹੁੰਦੀ ਕੋਸੀ ਤਾਂ ਆਨੰਦ ਵੱਖਰਾ ਹੋਣਾ ਸੀ, ਬਹੁਤ ਜ਼ਿਆਦਾ ਹੋਣਾ ਸੀ। ਬਿਲਕੁਲ। ਹੁਣ ਤੁਹਾਨੂੰ ਜਸਵੀਰ ਸਿੰਘ ਜੀ ਆਇਆਂ ਨੂੰ ਵਾਹਵਾ ਵਰੇ ਹੋ ਗਿਆ, ਇਨਕਮ ਟੈਕਸ ਦਾ ਕੰਮ ਜਾਣੀ ਉਹ ਵੀ ਕਰਨਾ ਤੇ ਦੂਜੇ ਪਾਸੇ ਇਮੀਗ੍ਰੇਸ਼ਨ ਦਾ ਵੀ। ਤੁਹਾਨੂੰ ਕੱਲੀ ਚੀਜ਼ ਦਾ ਪਤਾ ਕਿ ਕਿੱਥੇ ਸਮੱਸਿਆ ਆਉਂਦੀ ਹੈ। ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਖਾਸ ਤੌਰ ਤੇ ਆਉਂਦੇ ਆ ਕਿ ਉਹਨਾਂ ਨੂੰ ਭਵਿੱਖ 'ਚ ਕੋਈ ਸਮੱਸਿਆ ਨਾ ਆਵੇ ਬਾਹਰ ਕੱਢਣਾ। ਬੱਚਾ ਆ ਗਿਆ, 20 ਘੰਟੇ ਕੰਮ ਕਰਦਾ ਤੇ ਸਾਲ ਬਾਅਦ ਇਨਕਮ ਟੈਕਸ ਭਰਨਾ, ਰਿਟਰਨ ਕੋਈ ਨਾ ਕੋਈ ਭਰਨੀ ਹੋਣੀ। ਅਸੀਂ ਭਾਰਤ 'ਚ ਭਰਦੇ ਹੁੰਦੇ ਸੀ। ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਹੁਣ ਇੱਥੇ ਇੱਕ T4 ਨਾਂ ਦੀ ਕੋਈ ਨਵੀਂ ਚੀਜ਼ ਆ ਗਈ ਹੈ
ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਹਨਾਂ ਮਹੀਨਿਆਂ ਦੇ ਵਿੱਚ ਕੀ ਕਰਨਾ ਉਹਨਾਂ ਦੇ ਲਈ ਜ਼ਰੂਰੀ ਹੈ ਇਨਕਮ ਟੈਕਸ ਦੇ ਪੱਖ ਤੋਂ? ਬਾਠ ਸਾਹਿਬ ਜੀ ਨੇ ਆਪਾਂ ਹੁਣ ਖਾਸ ਤੌਰ ਤੇ ਗੱਲ ਕਰਦੇ ਆ ਨਵੇਂ ਸਟੂਡੈਂਟਸ ਦੀ, ਤੇ ਖਾਸ ਤੌਰ ਤੇ ਗੱਲ ਕਰਦੇ ਆ ਜਿਹੜੇ ਇੰਡੀਆ ਤੋਂ ਖਾਸ ਤੌਰ ਤੇ ਆਏ ਹੋਏ ਆ। ਤੇ ਜਦੋਂ ਇੰਡੀਆ ਤੋਂ ਅਸੀਂ ਆਉਂਦੇ ਆ ਉੱਥੇ ਸਾਡਾ ਇਹ ਸਟਰਕਚਰ ਨੂੰ ਅਸੀਂ ਫੋਲੋ ਨਹੀਂ ਕਰ ਰਹੇ ਹੁੰਦੇ ਕਿ ਅਸੀਂ ਉੱਥੇ ਟੈਕਸ ਫਾਈਲ ਕਰ ਰਹੇ ਆ ਜਾਂ ਉੱਥੇ ਫਾਈਲ ਕਰਨਾ ਜ਼ਰੂਰੀ ਹੈ। ਅਸੀਂ ਇੱਕ ਨੌਨ ਫਾਈਲਿੰਗ ਟੈਕਸ ਫਾਈਲਿੰਗ ਕਲਚਰ ਤੋਂ ਉੱਠ ਕੇ ਆਉਂਦੇ ਆ ਜ਼ਿਆਦਾਤਰ। ਮੈਂ ਵੀ ਉਹਦੇ ਵਿੱਚੋਂ ਹੀ ਬਿਲੋਂਗ ਕਰਦਾ ਆ। ਪਰ ਜਦੋਂ ਅਸੀਂ ਇਸ ਕੰਟਰੀ ਦੇ ਵਿੱਚ ਆਉਂਦੇ ਆ ਤਾਂ ਅਸੀਂ ਇਸ ਚੀਜ਼ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਸਾਡੇ ਮਾਈਂਡ 'ਚ ਉਹ ਸਵਾਲ ਨਹੀਂ ਹੁੰਦਾ ਜਿਹਦੀ ਜਾਣਕਾਰੀ ਅਸੀਂ ਲਈਏ। ਜਾਣਕਾਰੀ ਤਾਂ ਹੀ ਲਵਾਂਗੇ ਜੇ ਸਾਡੇ ਮਾਈਂਡ 'ਚੋਂ ਕਿਤੇ ਨਾ ਕਿਤੇ ਸਵਾਲ ਹੈ। ਸਵਾਲ ਤਾਂ ਪੈਦਾ ਹੋਏਗਾ ਜੇ ਜਾਣਕਾਰੀ ਹੈ। ਸੋ ਅਕੋਰਡਿੰਗ ਟੂ ਦਾ ਟੈਕਸ ਸਟਰਕਚਰਸ ਇਨ ਕੈਨੇਡਾ ਕਿ ਜਦੋਂ ਵੀ ਕੋਈ ਇਨਸਾਨ ਕੈਨੇਡਾ ਦੇ ਵਿੱਚ ਦਸੰਬਰ 31 ਤੱਕ ਪਹੁੰਚ ਗਿਆ, ਅਗਰ ਉਹ ਦਸੰਬਰ 31 ਤੱਕ ਕੈਨੇਡਾ ਆ ਗਿਆ ਆ ਤੇ ਉਹ ਵਿਜ਼ਿਟਰ ਨਹੀਂ ਆ, ਠੀਕ ਹੈ, ਉਹ ਸਟੂਡੈਂਟ ਹੈ ਜਾਂ ਵਰਕ ਪਰਮਿਟ ਹੋਲਡਰ ਹੈ ਜਾਂ PR ਹੈ ਜਾਂ ਸਿਟੀਜ਼ਨ ਹੈ, ਤਾਂ ਉਹਨੂੰ ਕੈਨੇਡਾ ਦੇ ਵਿੱਚ ਨੈਕਸਟ ਈਅਰ ਦੇ ਵਿੱਚ ਟੈਕਸ ਫਾਈਲ ਕਰਨਾ ਜ਼ਰੂਰੀ ਹੈ। ਠੀਕ ਹੈ ਜੀ। ਹੁਣ ਇੰਡੀਆ ਦੇ ਵਿੱਚ ਕਿਉਂਕਿ ਟੈਕਸ ਫਾਈਲਿੰਗ ਦਾ ਜਿਹੜਾ ਡੇਟਸ ਹੈ ਉਹ ਚੱਲਦੀਆਂ ਅਪ੍ਰੈਲ ਤੋਂ ਮਾਰਚ ਤੱਕ। ਕਈ ਵਾਰੀ ਜੇ ਕਿਸੇ ਨੂੰ ਜਾਣਕਾਰੀ ਵੀ ਹੁੰਦੀ ਆ ਤਾਂ ਉਹਦੇ ਨਾਲ ਕੰਪੇਅਰ ਕਰ ਲੈਂਦਾ ਆ। ਪਰ ਇੱਥੇ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹ ਜਨਵਰੀ 1 ਤੋਂ ਸ਼ੁਰੂ ਹੋ ਕੇ ਦਸੰਬਰ 31 ਨੂੰ ਖਤਮ ਹੋ ਜਾਂਦਾ ਆ। ਠੀਕ ਹੈ ਜੀ। ਦੈਟ ਮੀਨਸ ਕਿ ਅਗਰ ਕੋਈ ਇੰਟਰਨੈਸ਼ਨਲ ਸਟੂਡੈਂਟ ਨਵੰਬਰ 29 ਨੂੰ ਜਾਂ ਦਸੰਬਰ 31 ਤੋਂ ਪਹਿਲਾਂ ਆ ਗਿਆ ਆ ਤੇ ਅਗਰ ਉਹਦੀ ਕੋਈ ਇਨਕਮ ਨਹੀਂ ਵੀ ਹੈ, ਕਿਉਂਕਿ ਅਸੀਂ ਮਹਿਸੂਸ ਕਰਦੇ ਆ ਮੈਂ ਤੇ ਕੰਮ ਨਹੀਂ ਕੀਤਾ ਤੇ ਮੈਨੂੰ ਟੈਕਸ ਫਾਈਲ ਕਰਨਾ ਜ਼ਰੂਰੀ ਨਹੀਂ ਆ। ਦੇਖੋ ਟੈਕਸ ਫਾਈਲ ਕਰਨਾ ਹਰ ਇੱਕ ਵਾਸਤੇ ਜ਼ਰੂਰੀ ਹੈ ਜਿਹੜਾ ਵਿਜ਼ਿਟਰ ਨਹੀਂ ਆ। ਜੇ ਤੁਹਾਡੀ ਇਨਕਮ ਹੈ ਜਾਂ ਤੁਹਾਡੀ ਇਨਕਮ ਨਹੀਂ ਹੈ ਤੇ ਉਹ ਟੈਕਸ ਫਾਈਲ ਕਰਨ ਤੋਂ ਬਾਅਦ ਹੀ ਤੁਹਾਡਾ ਕੈਨੇਡਾ ਗਵਰਨਮੈਂਟ ਦੇ ਵਿੱਚ ਇੱਕ ਅਥੈਂਟਿਕ ਰੈਕੋਰਡ ਸ਼ੁਰੂ ਹੁੰਦਾ ਆ। ਮੈਂ ਇੱਥੇ ਬ੍ਰੇਕ ਮਾਰਨ ਲੱਗਾ ਇੱਕ ਵਾਰੀ, ਮੈਂ ਫੇਰ ਇੱਕ ਵਾਰੀ ਕਲੀਅਰ ਕਿ ਤੁਸੀਂ ਵੈਸੇ ਬਹੁਤ ਸਪਸ਼ਟ ਦੱਸਤਾ ਵੀ ਬੱਚਾ 1 ਦਸੰਬਰ ਨੂੰ ਆ ਗਿਆ ਇੱਥੇ, ਮੰਨ ਲਓ ਉਹ ਕਹਿੰਦਾ ਜੀ ਮੈਂ ਤਾਂ ਕੰਮ ਹੀ ਕੋਈ ਨਹੀਂ ਕੀਤਾ, ਵੀ ਮੈਂ ਤਾਂ ਆਣ ਕੇ ਪੜ੍ਹਦਾ ਆ, ਫੀਸ ਘਰ ਦੇ ਭੇਜਦੇ ਆ ਤੇ ਮੈਨੂੰ ਕੋਈ ਰੌਲਾ ਨਹੀਂ ਜਾਂ ਕੰਮ ਮਿਲਿਆ ਨਹੀਂ, ਉਹਦੇ ਲਈ ਵੀ ਜ਼ਰੂਰੀ ਹੈ ਕਿ ਉਹਨੇ ਇਨਕਮ ਟੈਕਸ ਰਿਟਰਨ ਜਿਹੜੀ ਉਹ ਭਰਨੀ ਆ ਇੱਥੇ? ਬਿਲਕੁਲ ਜੀ। ਅਗਰ ਕੋਈ ਇਨਕਮ ਹੈ ਜਾਂ ਇਨਕਮ ਨਹੀਂ ਹੈ, ਅਗਰ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਇਸ਼ੂ ਹੋ ਚੁੱਕਾ ਹੈ, ਅਗਰ ਤੁਸੀਂ ਸਟੂਡੈਂਟ ਦਾ ਸਟੇਟਸ ਰੱਖਦੇ ਹੋ, ਕਿਉਂਕਿ ਗੱਲ ਆਪਾਂ ਸਟੂਡੈਂਟਸ ਦੀ ਕਰ ਰਹੇ ਹਾਂ, ਤਾਂ ਤੁਹਾਡੇ ਵਾਸਤੇ ਟੈਕਸ ਫਾਈਲ ਕਰਨਾ ਜ਼ਰੂਰੀ ਹੈ। ਤੇ ਟੈਕਸ ਫਾਈਲ ਕਰਨ ਦੀਆਂ ਜਿਹੜੀਆਂ ਡੇਟਸ ਨੇ ਉਹ ਸ਼ੁਰੂ ਹੁੰਦੀਆਂ ਨੇ ਫਰਵਰੀ ਐਂਡ ਤੋਂ ਲੈ ਕੇ 22 ਜਾਂ 25 ਤੋਂ ਲੈ ਕੇ April 30। ਠੀਕ ਹੈ ਜੀ। April 30 ਤੱਕ ਤੁਸੀਂ ਆਪਣੀਆਂ T4 ਸਲਿੱਪ, ਕਿਉਂਕਿ ਜਦੋਂ ਵੀ ਆਪਾਂ ਕਿਤੇ ਕੰਮ ਕਰਦੇ ਆ ਤਾਂ ਸਾਨੂੰ ਸਾਡਾ EMPLOYER ਇੱਕ T4 T ਦੇ ਨਾਲ ਚੌਕਾ ਲੱਗਾ ਹੋਏ ਵਾਲੀ ਇੱਕ ਰਸੀਦ ਦਿੰਦਾ ਆ। ਉਹ ਰਸੀਦ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਅਕਾਊਂਟੈਂਟ ਦੇ ਕੋਲ ਜਾਓ, ਉਹ ਤੁਹਾਡੀ ਇਨਕਮ ਦੀ ਵੇਰਵੇ ਲੈ ਕੇ ਕੈਲਕੂਲੇਟ ਕਰਕੇ ਫਿਰ ਵੀ ਤੁਹਾਡੀ ਟੈਕਸ ਰਿਟਰਨ ਫਾਈਲ ਕਰ ਸਕਦਾ ਆ ਬਿਫੋਰ April 30। ਓਕੇ, ਮੈਨੂੰ ਇੱਥੇ ਇਹ ਗੱਲ ਜ਼ਰੂਰ ਦੱਸਿਓ ਕਿ ਬੱਚਾ ਹੁਣ ਜਿੱਥੇ ਕੰਮ ਕਰਦਾ ਜਾਂ ਕੰਮ ਕਰਦਾ ਰਿਹਾ, ਮੰਨ ਲਓ ਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਮਈ 'ਚ ਆਇਆ ਤੇ ਉਹ ਮਈ ਦੇ ਵਿੱਚ ਆਉਣ ਤੋਂ ਬਾਅਦ ਉਹਨੇ 2-3 ਜਗ੍ਹਾ ਦੇ ਉੱਤੇ ਕੰਮ ਕੀਤਾ, ਉਹ ਹੁਣ T4 ਨਾਂ ਦਾ ਜਿਹੜਾ ਇੱਕ ਪੇਪਰ ਆ ਉਹਨੇ ਸਾਰੀ ਜਗ੍ਹਾ ਤੋਂ ਲੈਣਾ, ਉਹਨੇ ਜਾ ਕੇ ਆਪਣੇ EMPLOYER ਨੂੰ ਕਹਿਣਾ, ਜਾਂ ਉਹਦਾ ਕੀ ਕੰਮ ਹੋਣਾ, ਉਹ ਕਿੱਥੇ ਅਪਲਾਈ ਹੋਣਾ ਜਾਂ ਕਿੱਧਰੋਂ ਲੈਣਾ ਜੀ ਉਹ T4? ਜਿੱਥੇ ਵੀ ਤੁਸੀਂ ਕੰਮ ਕੀਤਾ ਆ, ਜਿੱਥੇ ਵੀ ਤੁਹਾਨੂੰ ਟੈਕਸ ਡਿਡਕਸ਼ਨ ਤੁਹਾਡੇ, ਅਗਰ ਕੋਈ ਵੀ ਸਟੂਡੈਂਟ ਕਿਤੇ ਕੰਮ ਕਰਦਾ ਆ 20 ਘੰਟੇ ਕੰਮ ਕਰਦਾ ਜਾਂ ਲੈਸ ਕਰਦਾ ਜਾਂ ਮੋਰ ਕਰਦਾ, ਤਾਂ ਉਹਦੀ ਤਨਖਾਹ ਦੇ ਵਿੱਚੋਂ CPP-EI ਤੇ ਟੈਕਸ ਨੂੰ ਡਿਡਕਟ ਕਰਕੇ ਗਵਰਨਮੈਂਟ ਨੂੰ ਭੇਜਿਆ ਜਾਂਦਾ। ਠੀਕ ਹੈ। ਅਗਰ ਤੁਸੀਂ ਇਹ ਖਿਆਲ ਰੱਖਣਾ ਹੈ ਕਿ ਅਗਰ ਤੁਹਾਡੇ ਚੈੱਕ ਦੇ ਵਿੱਚੋਂ ਇਹ 3 ਡਿਡਕਸ਼ਨਸ ਕੱਟੀਆਂ ਗਈਆਂ ਨੇ ਤਾਂ ਤੁਹਾਨੂੰ T4 ਮਿਲਣੀ ਹੀ ਮਿਲਣੀ ਆ। ਠੀਕ ਹੈ ਜੀ। ਕਈ ਸਟੂਡੈਂਟਸ ਹੈਗੇ ਆ ਜਿਹੜੇ ਲੰਮ ਸਮ ਕੰਮ ਕਰਦੇ ਆ। ਫੋਰ ਐਗਜ਼ਾਮਪਲ ਕੋਈ ਊਬਰ ਡਰਾਈਵ ਕਰ ਰਿਹਾ ਆ, ਕੋਈ ਸਕਿਪ ਦਾ ਡਿਸ਼ਸ ਕਰ ਰਿਹਾ ਆ, ਉੱਥੇ ਤੁਹਾਡੀ ਟੈਕਸ ਦੇ ਵਿੱਚੋਂ ਕੋਈ ਡਿਡਕਸ਼ਨ ਨਹੀਂ ਕੀਤੀ ਜਾ ਰਹੀ। ਤੁਹਾਡਾ 500 ਬਣਿਆ ਤੁਹਾਨੂੰ 500 ਮਿਲ ਗਿਆ, 300 ਬਣਿਆ 300 ਮਿਲ ਗਿਆ। ਦੈਟ ਮੀਨਸ ਕਿ ਤੁਸੀਂ ਕੋਈ CPP-EI ਤੇ ਟੈਕਸ ਪੇ ਨਹੀਂ ਕੀਤਾ ਤੇ ਤੁਸੀਂ ਹੁਣ T4 ਦੀ ਉਡੀਕ ਨਾ ਕਰੋ। ਠੀਕ ਹੈ। T4 ਦੀ ਉਡੀਕ ਤੁਸੀਂ ਉੱਥੇ ਕਰਨੀ ਆ ਜਿੱਥੇ ਤੁਹਾਡੇ ਗ੍ਰੋਸ ਅਮਾਊਂਟ ਦੇ ਵਿੱਚੋਂ CPP-EI ਤੇ ਟੈਕਸ ਦੀ ਰਕਮ ਕੱਟ ਕੇ ਤੁਹਾਨੂੰ ਨੈਟ ਚੈੱਕ ਮਿਲਿਆ। ਜਿੱਥੇ ਤੁਸੀਂ ਲਮਸਮ ਅਮਾਊਂਟ ਲਈ ਹੈ, ਚਾਹੇ ਤੁਸੀਂ ਕੋਈ ਜੈਨੀਟੋਰੀਅਲ ਦਾ ਕੰਮ ਕਰਦੇ ਸੀ, ਕੋਈ ਵੀ ਕੰਟਰੈਕਟ ਬੇਸ ਕੰਮ ਕਰਦੇ ਸੀ, ਜਿੱਥੇ ਤੁਹਾਡੀ ਕੋਈ ਡਿਡਕਸ਼ਨ ਨਹੀਂ ਕੱਟੀ ਗਈ, ਉੱਥੇ ਤੁਹਾਨੂੰ T4 ਸਲਿੱਪ ਨਹੀਂ ਮਿਲੇਗੀ। ਹੋ ਸਕਦਾ ਉਹ ਤੁਹਾਨੂੰ T4A ਜਾਂ T5018 ਜਾਂ ਕੁਝ ਵੀ ਨਾ ਦੇਣ। ਆਪਣੇ ਅਕਾਊਂਟੈਂਟ ਦੇ ਕੋਲ April 30 ਤੋਂ ਪਹਿਲਾਂ ਜਾਓ, ਉਹਨਾਂ ਨੂੰ ਦੱਸੋ ਕਿ ਮੈਂ ਇਹ ਇਨਕਮ ਅਰਨ ਕੀਤੀ ਆ ਪਰ ਮੇਰੇ ਕੋਲ ਕੋਈ ਸਲਿੱਪ ਨਹੀਂ ਆ, ਤਾਂ ਉਹ ਅਪਰੋਪਰੀਏਟ ਤਰੀਕੇ ਨਾਲ ਤੁਹਾਡੀ ਟੈਕਸ ਨੂੰ ਬਣਾ ਕੇ ਫਾਈਲ ਕਰ ਦੇਣਗੇ। ਠੀਕ ਹੈ ਜੀ। ਜਾਣੀ ਚਾਹੇ ਤੁਹਾਡਾ ਟੈਕਸ ਪਹਿਲਾਂ ਕੱਟਿਆ ਗਿਆ ਨਹੀਂ ਕੱਟਿਆ ਗਿਆ, ਤੁਹਾਡੇ ਜਾਣੀ ਦਰਸ਼ਨ ਕਰਨੇ ਪੈਣੇ ਆਣ ਕੇ। ਬਿਲਕੁਲ ਜੀ, ਕਰ ਲੈਣੇ ਚਾਹੀਦੇ ਆ ਉਸ ਦੇ ਨਾਲ, ਕਿਉਂਕਿ ਦੇਖੋ ਕੈਨੇਡਾ ਰੈਵਨਿਊ ਏਜੰਸੀ ਕੈਨੇਡਾ ਦਾ ਉਹ ਡਿਪਾਰਟਮੈਂਟ ਹੈ ਜਿਹੜਾ ਕੈਨੇਡਾ ਨੂੰ ਰਨ ਕਰ ਰਿਹਾ ਹੈ, ਵਨ ਆਫ ਦਾ ਡਿਪਾਰਟਮੈਂਟ। ਇਸ ਡਿਪਾਰਟਮੈਂਟ ਦੀ ਸਾਨੂੰ ਕੈਨੇਡਾ ਆਉਣ ਤੋਂ ਲੈ ਕੇ ਅਖੀਰਲੇ ਸਾਹ ਤੱਕ ਲੋੜ ਪੈਣੀ ਹੈ।
ਤੇ ਇਸ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਰਿਕਾਰਡ ਕੱਲਾ SIN ਨੰਬਰ ਓਪਨ ਕਰਨ ਨਾਲ ਤੇ ਬਣ ਨਹੀਂ ਜਾਣਾ। ਕੱਲ ਨੂੰ ਅਸੀਂ ਆਪਣੇ ਮਾਪੇ ਨੂੰ ਬੁਲਾਉਣਾ, ਘਰ-ਬਾਰ ਲੈਣੇ ਆ, ਨੌਕਰੀਆਂ ਲੈਣੀਆਂ, ਹੋਰ ਬੜੇ ਕੰਮ ਕਰਨੇ ਨੇ, ਤੇ ਉਹ ਤਾਂ ਹੀ ਹੋ ਪਾਣਗੇ ਜੇ ਅਸੀਂ ਕੈਨੇਡਾ ਰੈਵਨਿਊ ਦੇ ਵਿੱਚ ਆਪਣਾ ਇੱਕ ਪ੍ਰੋਪਰ ਰੈਕਡ ਬਣਾਇਆ ਆ, ਜਿਹਦੇ ਵਿੱਚ ਸਭ ਤੋਂ ਪਹਿਲੀ ਸ਼ੁਰੂਆਤ ਹੀ ਤੁਹਾਡੀ ਟੈਕਸ ਰਿਟਰਨ ਫਾਈਲ ਕਰਨ ਤੋਂ ਹੁੰਦੀ ਹੈ। ਠੀਕ ਹੈ ਜੀ। ਸੋ ਪ੍ਰਾਈਮ ਏਸ਼ੀਆ ਟੀਵੀ ਜਿੰਨੇ ਵੀ ਇਸ ਵੇਲੇ ਪਰਿਵਾਰ ਦੇ ਮੈਂਬਰ ਦੇਖ ਰਹੇ ਨੇ, ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਹੈਰੀਟੇਜ ਇਮੀਗ੍ਰੇਸ਼ਨ ਤੇ ਹੈਰੀਟੇਜ ਇਨਕਮ ਟੈਕਸ ਜਿਹੜਾ ਇਹਨਾਂ ਦਾ ਅਦਾਰਾ ਹੈ, ਜਾਣੀ ਕਿ ਇਹਨਾਂ ਦੀ ਜਿਹੜੀ ਆਪ ਦੀ ਕਾਰੋਬਾਰ ਵਾਲੀ ਹੱਟੀ ਹੈ, ਉਹਦੇ ਤੋਂ ਜਸਵੀਰ ਸਿੰਘ ਹੋਰੀ ਸਾਡੇ ਮਿੱਤਰ ਨੇ, ਉਹ ਨਾਲ ਨੇ। ਤੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਖਾਸ ਤੌਰ ਦੇ ਉੱਤੇ ਮਕਸਦ ਇਹੀ ਹੈ ਕਿ ਜਿਹੜੇ ਬੱਚੇ ਨਵੇਂ ਆਉਂਦੇ ਆ, ਚਾਹੇ ਤੁਸੀਂ ਵਰਕ ਪਰਮਿਟ 'ਤੇ ਕਿਉਂ ਨਾ ਹੋਵੋ, ਚਾਹੇ ਇੰਟਰਨੈਸ਼ਨਲ ਸਟੂਡੈਂਟ ਹੋਵੋ, ਕਹਿ ਰਹੇ ਆਪਾਂ ਸਪਾਊਸ ਓਪਨ ਵਰਕ ਪਰਮਿਟ 'ਤੇ ਆ ਜਾਂਦੇ ਆ ਤੇ ਪਤਾ ਨਹੀਂ ਹੁੰਦਾ, ਕੰਮਾਂ ਕਾਰਾਂ ਦੀ ਦੌੜ ਦੇ ਵਿੱਚ ਇੱਦਾਂ ਲੱਗੇ ਹੁੰਦੇ ਆ, ਜਾਂ ਪੜ੍ਹਾਈ ਦਾ ਬਹੁਤ ਸਾਰਾ ਜਿਹੜਾ ਦਬਾਅ ਪ੍ਰੈਸ਼ਰ ਹੁੰਦਾ, ਪਰ ਇਹ ਚੀਜ਼ ਭੁੱਲਣੀ ਨਹੀਂ। ਕਿਉਂ ਨਹੀਂ ਭੁੱਲਣੀ, ਉਹਦੇ ਅਸਰ ਕੀ ਹੁੰਦੇ ਆ, ਉਹ ਜਾਣਨੇ ਬਹੁਤ ਜ਼ਰੂਰੀ ਨੇ। ਅੱਛਾ, ਮੈਨੂੰ ਹੁਣ ਜਸਵੀਰ ਸਿੰਘ ਜੀ ਇਹ ਜ਼ਰੂਰ ਦੱਸਿਓ ਕਿ ਜੇ ਆਪਾਂ ਇਨਕਮ ਟੈਕਸ ਫਾਈਲ ਹੀ ਨਹੀਂ ਕਰਦੇ, ਮੰਨ ਲਓ ਆਪਾਂ ਕੰਮ ਕੀਤਾ, ਜੇ ਨਹੀਂ ਫਾਈਲ ਕਰਦੇ, ਚੇਤਾ ਭੁੱਲ ਗਿਆ, ਫਿਰ ਉਹਦੇ ਨੁਕਸਾਨ ਕੀ ਹੋ ਸਕਦੇ ਆ? ਕੋਈ ਜੁਰਮਾਨਾ ਲੱਗਦਾ ਜਾਂ ਕੁਛ ਹੋਰ ਹੁੰਦਾ ਹੀ? ਅਗਰ ਤੇ ਅਸੀਂ ਇਨਕਮ ਟੈਕਸ ਫਾਈਲ ਨਹੀਂ ਕੀਤਾ, ਦੇਖੋ ਸਾਡੇ ਕੋਲ ਇਸ ਤਰ੍ਹਾਂ ਦੇ ਸਟੂਡੈਂਟ ਜਾਂ ਹੋਰ ਲੋਕ ਵੀ ਆਉਂਦੇ ਨੇ ਜਿਨ੍ਹਾਂ ਨੇ 2 ਸਾਲ 3 ਸਾਲ ਦਾ ਟੈਕਸ ਫਾਈਲ ਨਹੀਂ ਕੀਤਾ ਹੋਇਆ। ਵਜ੍ਹਾ ਕੋਈ ਵੀ ਹੋ ਸਕਦੀ, ਜਾਂ ਪਤਾ ਨਹੀਂ ਸੀ, ਜਾਂ ਅਣਗਹਿਲੀ ਹੋ ਗਈ, ਜਾਂ ਵੈਸੇ ਕੋਈ ਕਾਰਨ ਹੋਏਗਾ। ਅਗਰ ਤੇ ਤੁਸੀਂ ਟੈਕਸ ਰਿਟਰਨ ਦੇ ਵਿੱਚ ਪੈਸਾ ਗਵਰਨਮੈਂਟ ਨੂੰ ਕੋਈ ਉਹ ਕਰਦੇ ਸੀ, ਪਰਮਾਤਮਾ ਕਰੇ ਤੁਸੀਂ ਉਹ ਕਰੋ, ਉਹ ਤੁਸੀਂ ਤਾਂ ਕਰੋਗੇ ਜੇ ਤੁਸੀਂ ਉਸ ਲੈਵਲ ਦੀ ਇਨਕਮ ਤੱਕ ਜਾਓਗੇ। ਤੇ ਅਗਰ ਤੁਸੀਂ ਕੋਈ ਪੈਸਾ ਉਹ ਕਰਦੇ ਸੀ ਜਿਹੜਾ ਗਵਰਨਮੈਂਟ ਨੂੰ ਤੁਸੀਂ ਵਾਪਸ ਦੇਣਾ ਸੀ, ਤਾਂ ਤੁਹਾਡੇ ਤੇ April 30 ਤੋਂ ਬਾਅਦ ਇੰਟਰਸਟ ਪੇ ਹੁੰਦਾ ਹੈ। ਹੁਣ ਅਗਰ 2 ਸਾਲ ਤੁਸੀਂ ਹੋ ਗਏ $5000 ਗਵਰਨਮੈਂਟ ਨੂੰ ਲੈਟਸ ਸੇ ਵਾਪਸ ਦੇਣਾ ਸੀ, ਤੁਸੀਂ 2 ਸਾਲ ਟੈਕਸ ਹੀ ਫਾਈਲ ਨਹੀਂ ਕੀਤਾ, ਹੁਣ 2 ਸਾਲ ਦਾ ਉਹ ਇੰਟਰਸਟ ਵੀ ਲੱਗੇਗਾ, 2 ਸਾਲ ਦੀ ਪੈਨਲਟੀ ਵੀ ਲੱਗੇਗੀ। ਉਹ ਇੱਕ ਨੈਗਲੀਜੈਂਸ ਸਮਝੀ ਜਾਏਗੀ ਕਿ ਕਿਉਂਕਿ ਅਗਰ ਕਿਸੇ ਕਾਨੂੰਨ ਦਾ ਮੈਨੂੰ ਨਹੀਂ ਪਤਾ, ਇਹਦਾ ਮਤਲਬ ਇਹ ਨਹੀਂ ਹੈ ਕਿ ਕਾਨੂੰਨ ਹੈ ਨਹੀਂ। ਕਾਨੂੰਨ ਤੇ ਹੈ, ਮੈਂ ਨਹੀਂ ਫਾਈਂਡ ਆਊਟ ਕੀਤਾ, ਸੋ ਉਹਦਾ ਇੰਟਰਸਟ ਵੀ ਲੱਗੇਗਾ, ਪੈਨਲਟੀ ਵੀ ਲੱਗੇਗੀ। ਪਲੱਸ ਅਗਰ ਤੁਸੀਂ ਕੋਈ ਅੱਗੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਅਗਰ ਇੰਟਰਨੈਸ਼ਨਲ ਸਟੂਡੈਂਟ ਤੇ ਹੀ ਫੋਕਸ ਕਰ ਰਹੇ ਆ, ਉਹਨਾਂ ਨੇ ਆਪਣੀ PR ਵੀ ਲੈਣੀ ਆ, ਉੱਥੇ ਤੁਹਾਨੂੰ ਨੋਟਿਸ ਆਫ ਅਸੈਸਮੈਂਟ ਦੀ ਜ਼ਰੂਰਤ ਪਏਗੀ। ਨੋਟਿਸ ਆਫ ਅਸੈਸਮੈਂਟ ਉਹ ਡਾਕੂਮੈਂਟ ਹੈ ਜਿਹੜਾ ਟੈਕਸ ਰਿਟਰਨ ਫਾਈਲ ਹੋਣ ਤੋਂ ਬਾਅਦ ਕੈਨੇਡਾ ਰੈਵਨਿਊ ਤੁਹਾਨੂੰ ਤੁਹਾਡੇ ਘਰ ਪਹੁੰਚਾਉਂਦੀ ਹੈ, ਜਿਹੜਾ ਇੱਕ ਆਥੈਂਟਿਕ ਪ੍ਰੂਫ ਹੈ ਕਿ ਤੁਹਾਡਾ ਇਹ ਰੈਕਡ, ਇਹ ਫਾਈਨੈਂਸ਼ੀਅਲ ਰੈਕਡ ਗਵਰਨਮੈਂਟ ਦੇ ਕੋਲ ਐਗਜ਼ਿਸਟ ਕਰਦਾ ਆ। ਠੀਕ ਹੈ, ਸੋ ਉਹ ਕੰਪਲਿਕੇਸ਼ਨ ਜ਼ਿਆਦਾ ਹੋ ਸਕਦੀ ਆ। ਅੱਛਾ ਜਸਵੀਰ ਸਿੰਘ ਜੀ, ਇੱਕ ਗੱਲ ਦੱਸਿਓ, ਜਿਹੜਾ ਬੱਚਾ 20 ਘੰਟੇ ਕੰਮ ਕਰਦਾ, ਬਹੁਤੇ ਪੈਸੇ ਤਾਂ ਕਮਾਉਂਦਾ ਨਹੀਂ, ਉਹ ਇਸ ਗੱਲੋਂ ਤਾਂ ਨਾ ਡਰੇ ਨਾ ਵੀ ਪਤਾ ਨਹੀਂ ਖੈਰ ਮੈਨੂੰ ਟੈਕਸ ਸਰਕਾਰ ਨੂੰ ਬਹੁਤ ਦੇਣਾ ਪੈਣਾ, ਹੋ ਸਕਦਾ ਮੁੜੇ ਹੀ ਆਵੇ ਕੁਛ? 95% ਕੇਸਿਸ ਵਿੱਚ ਟੈਕਸ ਵਾਪਸ ਹੀ ਆਉਂਦਾ ਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜਿਹੜੀਆਂ ਕਾਲਜ ਨੂੰ ਗਈਆਂ ਹੋਈਆਂ ਫੀਸ ਆ, ਸਾਰੇ ਸਾਲ ਦੇ ਵਿੱਚ ਉਹਨੇ $1000 ਕਾਲਜ ਨੂੰ ਦਿੱਤੇ ਆ, ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਤੁਸੀਂ ਕਲੇਮ ਕਰ ਲੈਂਦੇ ਹੋ। ਅਗਰ ਤੁਸੀਂ 1000-2000 ਕਿਤੇ ਬਹੁਤ ਜ਼ਿਆਦਾ ਤੁਹਾਡੀ ਇਨਕਮ ਦੇਣਾ ਨਿਕਲਦਾ ਵੀ ਹੋਵੇ, ਤੁਹਾਡੇ ਵੱਲੋਂ ਪੇ ਕੀਤੀਆਂ ਹੋਈਆਂ ਫੀਸਿਸ ਤੁਹਾਡੇ ਐਜ਼ ਏ ਐਕਸਪੈਂਸ ਕਲੇਮ ਹੋ ਕੇ ਉਹਨੂੰ ਰਿਡਿਊਸ ਕਰ ਦਿੰਦੀਆਂ ਆ। ਆਮ ਤੌਰ ਤੇ ਸਟੂਡੈਂਟਸ ਨੂੰ ਰਿਫੰਡ ਹੀ ਆਉਂਦੇ ਨੇ ਜ਼ਿਆਦਾਤਰ, ਪੈਸੇ ਆਉਂਦੇ ਹੀ ਜਿਹੜੇ ਪਹਿਲਾਂ ਕੱਟੇ ਗਏ ਮੁੜਦੇ ਹੀ ਨਹੀਂ। ਈਵਨ ਤੁਹਾਡੀ ਇਨਕਮ ਅਗਰ ਨਹੀਂ ਵੀ ਹੈਗੀ, ਜ਼ੀਰੋ ਇਨਕਮ ਹੈ, ਤਾਂ ਵੀ ਤੁਹਾਨੂੰ ਸਾਲ ਦਾ $300-400 GST ਦਾ ਵਾਪਸ ਆਏਗਾ, ਜਿਹਨੂੰ ਬਹੁਤ ਸਾਰੇ ਸਟੂਡੈਂਟ ਕਈ ਵਾਰੀ ਵੈਲਕਮ ਕੈਨੇਡਾ ਦਾ ਨਾਮ ਦੇ ਦਿੰਦੇ ਆ, ਪਰ ਇਹਦਾ ਐਸਾ ਕੋਈ ਨਾਮ ਨਹੀਂ ਹੈਗਾ। ਉਹ ਗੁੱਡਸ ਐਂਡ ਸਰਵਿਸਿਜ਼ ਟੈਕਸ ਹੈ ਜਿਹੜਾ 3 ਮਹੀਨੇ ਬਾਅਦ ਛੋਟਾ ਜਿਹਾ ਚੈੱਕ ਤੁਹਾਨੂੰ ਗਵਰਨਮੈਂਟ ਆਫ ਕੈਨੇਡਾ ਭੇਜਦੀ ਹੈ, ਇਨਕਮ ਨਾ ਵੀ ਹੋਵੇ। ਠੀਕ ਹੈ ਜੀ। ਸੋ ਇੰਟਰਨੈਸ਼ਨਲ ਸਟੂਡੈਂਟ ਇੱਕ ਖਾਸ ਤੌਰ ਦੇ ਉੱਤੇ ਧਿਆਨ ਰੱਖਣ, ਜਿਨ੍ਹਾਂ ਨੂੰ ਪਤਾ ਹੈ ਬਹੁਤ ਵਧੀਆ, ਪਰ ਕਈ ਵਾਰੀ ਆਪਾਂ ਕਿਸੇ ਦੇ ਕੋਲੇ ਰਹਿੰਦੇ ਆ ਜਾਂ ਇਕੱਲੇ ਬੇਸਮੈਂਟ ਦੇ ਵਿੱਚ ਰਹਿੰਦੇ ਆ, ਨਹੀਂ ਪਤਾ ਹੁੰਦਾ, ਪੈਸੇ ਤੁਹਾਨੂੰ 95% ਸੰਭਾਵਨਾ ਜਸਵੀਰ ਸਿੰਘ ਹੋਰੀ ਕਹਿੰਦੇ ਕਿ ਵਾਪਸ ਹੀ ਆਉਣੇ ਆ। ਸਿਰਫ ਤੁਸੀਂ ਜਾ ਕੇ ਇੱਕ ਡਾਕੂਮੈਂਟ ਸਬਮਿਟ ਹੀ ਕਰਨਾ ਕਿ ਆਪਣੇ ਅਕਾਊਂਟੈਂਟ ਦੇ ਕੋਲੇ ਜਾ ਕੇ ਕਿ ਭਾਈ ਇੰਨਾ ਮੈਂ ਕੰਮ ਕੀਤਾ ਸੀ, ਉਹਨੇ ਅੱਗੇ ਭਰ ਕੇ ਭੇਜ ਦੇਣਾ ਹੈ, ਥੋੜ੍ਹੀ ਬਹੁਤ ਉਹਦੀ ਜਿਹੜੀ ਫੀਸ ਹੈ ਉਹਨਾਂ ਨੇ ਲੈ ਲੈਣੀ ਹੈ, ਤੇ ਮੁੜ ਕੇ ਚੈੱਕ ਰਾਹੀਂ ਸੌਦਾ ਪੱਤਾ ਤੁਹਾਡੇ ਘਰ ਆ ਜਾਣਾ, ਦੇਣਾ ਨਹੀਂ ਬਹੁਤੇ ਬੰਦਿਆਂ ਨੂੰ ਪੈਣਾ। ਹੁਣ ਜਸਵੀਰ ਸਿੰਘ ਜੀ, ਇੱਕ ਮੇਰੇ ਮਨ ਦੇ ਵਿੱਚ ਹੋਰ ਖਿਆਲ, ਇਸ ਸੰਬੰਧੀ ਕੁਝ ਹੋਰ ਕਹਿਣਾ ਹੋਵੇ ਕਿ ਆਪਣਾ ਨਿਬੜੀ ਗਿਆ ਟੈਕਸ ਵਾਲਾ ਮਸਲਾ? ਕੋਈ ਨਹੀਂ, ਜੇ ਕੋਈ ਹੋਰ ਆਏਗਾ। ਠੀਕ ਹੈ ਜੀ ਮਨ 'ਚ ਇੱਕ ਮੇਰੇ ਮਨ ਦੇ ਵਿੱਚ ਹੋਰ ਸੀ ਕਿ ਕ੍ਰੈਡਿਟ ਕਾਰਡ ਨਾ, ਇੱਥੇ ਆ ਕੇ ਸਭ ਤੋਂ ਪਹਿਲੀ ਲੋੜ ਉਹੀ ਪੈਂਦੀ ਹੈ ਕਿ ਆਪਾਂ ਪਹਿਲਾਂ ਕਾਰਡ ਮਾਰਿਆ, ਸਮਾਨ ਲੈ ਲਿਆ। ਜਿਹੜੇ ਤਾਂ ਸਿਆਣੇ ਬੱਚੇ ਨੇ, ਜਿਨ੍ਹਾਂ ਨੂੰ ਗਾਈਡ ਕਿਸੇ ਨੇ ਚੰਗੀ ਤਰ੍ਹਾਂ ਕਰ ਦਿੱਤਾ ਕਿ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਵੇਲੇ ਸਿਰ ਉਹਦਾ ਬਿੱਲ ਦੇਣਾ। ਕਈ ਵਾਰੀ ਹੁੰਦਾ ਕਿ ਚਲੋ ਕਿਤੇ ਕੰਮ ਨਹੀਂ ਮਿਲਿਆ, ਜਾਂ ਕਈ ਵਾਰੀ ਆਦਤ ਪੈ ਜਾਂਦੀ ਆ ਕਿ ਕਿਹੜੀ ਗੱਲ ਆ, ਮੁੜ ਕੇ ਲੇਟ ਪੇ ਕਰ ਦੇਵਾਂਗੇ। ਜੇ ਕ੍ਰੈਡਿਟ ਕਾਰਡ ਦੀ ਪੇਮੈਂਟ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਬੰਦਾ ਜਿਹਨੇ ਅੱਗੇ ਜਾ ਕੇ PR ਹੋਣਾ, ਕੈਨੇਡਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਹੈ, ਜੇ ਉਹ ਕ੍ਰੈਡਿਟ ਕਾਰਡ ਦੀ ਪੇਮੈਂਟ ਵੇਲੇ ਸਿਰ ਨਹੀਂ ਕਰਦਾ, ਡਿਲੇ ਕਰਦਾ, ਤਾਂ ਉਹਦਾ ਨੁਕਸਾਨ ਕੀ ਹੈ? ਬਾਰ ਸਾਹਿਬ, ਜਿਹੜਾ ਕ੍ਰੈਡਿਟ ਕਾਰਡ ਹੈ, ਕ੍ਰੈਡਿਟ ਕਾਰਡ ਹੈ ਤੁਹਾਡਾ ਉਧਾਰ ਖਾਤਾ।
ਇਹ ਤੁਹਾਡਾ ਇੱਕ ਫਾਈਨੈਂਸ਼ੀਅਲ ਕਰੈਕਟਰ ਡਿਫਾਈਨ ਕਰਦਾ ਆ ਜੀ ਕਿ ਤੁਸੀਂ ਉਧਾਰ ਕਿਹੋ ਜਿਹਾ ਵਰਤਾਰਾ ਕਰਦੇ ਹੋ। ਅਗਰ ਮੈਂ ਤੁਹਾਡੇ ਤੋਂ ਉਧਾਰ ਲਿਆ ਜੀ $500 ਉਧਾਰ ਲਿਆ, ਤੁਹਾਨੂੰ 20 ਦਿਨਾਂ ਦੇ ਵਿੱਚ ਦੇ ਦਿੱਤਾ, ਤੁਹਾਡੇ ਤੋਂ ਅਗਲੀ ਵਾਰ ਮੈਂ 1000 ਲੈ ਲਵਾਂਗਾ, ਉਹ ਵੀ ਦੇ ਦਿੱਤਾ, ਤੁਹਾਡਾ ਮੇਰਾ ਉਧਾਰ ਚੱਲਦਾ ਆ ਤਾਂ ਤੁਸੀਂ ਮੇਰੀ ਹਰ ਤਰੀਕੇ ਨਾਲ ਮਦਦ ਕਰੋਗੇ। ਇਸੇ ਤਰ੍ਹਾਂ ਕ੍ਰੈਡਿਟ ਕਾਰਡ ਜਿਹੜੇ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਅਸੀਂ ਲੈਂਦੇ ਆ, ਉਹ ਤੁਹਾਨੂੰ ਇੱਕ ਲਿਮਿਟ ਤੱਕ ਦੇ ਦਿੰਦੇ ਆ ਕਿ ਤੁਸੀਂ ਇਸ ਕ੍ਰੈਡਿਟ ਕਾਰਡ ਨੂੰ 500, 1000, 20000, 15000 ਤੱਕ ਵਰਤ ਸਕਦੇ ਹੋ। ਜਦੋਂ ਅਸੀਂ ਉਹ ਕਾਰਡ ਨੂੰ ਯੂਜ਼ ਕਰਦੇ ਹਾਂ ਤਾਂ ਉਹਦਾ ਇੱਕ ਗ੍ਰੇਸ ਪੀਰੀਅਡ ਹੁੰਦਾ ਕਿ ਤੁਸੀਂ 25 ਦਿਨਾਂ ਜਾਂ 30 ਦਿਨਾਂ ਦੇ ਵਿੱਚ ਉਹਦੀ ਪੇਮੈਂਟ ਵਾਪਸ ਕਰਨੀ ਆ। ਅਗਰ ਅਸੀਂ ਉਹ ਪੇਮੈਂਟ ਵਾਪਸ ਨਹੀਂ ਕਰਦੇ ਤਾਂ ਉਸ ਸਟੇਟਮੈਂਟ ਤੇ ਇੱਕ ਮਿਨੀਮਮ ਅਮਾਉਂਟ ਲਿਖੀ ਹੁੰਦੀ ਆ ਕਿ ਚਲੋ ਫॉर ਸਮ ਰੀਜ਼ਨ ਤੁਸੀਂ ਸਾਰਾ ਉਤੇ ਵਾਪਸ ਨਹੀਂ ਕਰ ਸਕਦੇ, ਪਰ ਥੋੜਾ ਜਿਹਾ ਤਾਂ ਦੇ ਦਿਓ। ਅਗਰ ਅਸੀਂ ਉਹ ਥੋੜਾ ਜਿਹਾ ਵੀ ਸਕਿਪ ਕਰਦੇ ਜਾਂਦੇ ਆ ਤਾਂ ਸਾਡਾ ਉਧਾਰ ਖਾਤਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਆ। ਠੀਕ ਹੈ ਜੀ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ, ਸਟੂਡੈਂਟਸ ਵਾਸਤੇ ਗੱਲ ਹੈ, ਤੁਸੀਂ ਇਸ ਕੰਟਰੀ ਦੇ ਵਿੱਚ ਆ ਕੇ ਆਪਣਾ ਇੱਕ ਰੈਕੋਰਡ ਬਣਾ ਰਹੇ ਹੋ, ਇਸ ਰੈਕੋਰਡ ਦੇ ਬਿਹਾਫ ਤੇ ਹੀ ਤੁਹਾਡੀ ਜ਼ਿੰਦਗੀ ਦੀਆਂ ਤਰੱਕੀਆਂ ਹੋਣੀਆਂ ਨੇ, ਕਿਉਂਕਿ ਹੁਣ ਗੱਲ ਤੇ ਇੱਥੇ ਆਉਣ ਤੋਂ ਲੈ ਕੇ ਮਰਨ ਤੱਕ ਕੰਮ ਦੀ ਹੀ ਹੋਣੀ ਹੈ ਤੇ ਕੰਮਾਂ ਦੇ ਵਿੱਚ ਫਾਈਨੈਂਸ਼ੀਅਲ ਹੈ ਤੇ ਫਾਈਨੈਂਸ ਦੇ ਵਿੱਚ ਕ੍ਰੈਡਿਟ ਕਾਰਡ ਅਹਿਮ ਭੂਮਿਕਾ ਨਿਭਾਉਂਦਾ ਹੈ। ਸੋ ਉਧਾਰ ਖਾਤਾ ਤਾਂ ਅਗਰ ਤੁਹਾਡਾ ਮਾੜਾ ਹੋ ਜਾਂਦਾ ਆ ਤਾਂ ਕੱਲ੍ਹ ਨੂੰ ਬੈਂਕਾਂ ਦੇ ਉੱਤੋਂ ਉਹ ਜਿਹੜੇ ਪੈਸੇ ਲੈਣ ਦੀ ਅਸੀਂ ਆਸ ਕਰਦੇ ਹਾਂ ਉਹ ਕਿਵੇਂ ਲਵਾਂਗੇ। ਕੱਲ੍ਹ ਨੂੰ ਕੋਈ ਵੀ ਐਸਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਸੀਂ ਕਿਸੇ ਅਦਾਰੇ ਨਾਲ ਕਰਾਂਗੇ, ਉਹ ਤੁਹਾਡੇ ਤੇ ਯਕੀਨ ਨਹੀਂ ਕਰੇਗਾ ਕਿ ਇਹ ਬੰਦਾ ਉਧਾਰ ਦੇ ਵਿੱਚ ਵਾਪਸ ਸਮੇਂ ਤੇ ਕਰ ਸਕਦਾ ਆ ਜਾਂ ਨਹੀਂ ਕਰ ਸਕਦਾ। ਜਾਨੀ ਜੇ ਕੱਲ ਨੂੰ ਘਰ ਲੈਣਾ, ਬੈਂਕ ਤੋਂ ਲੋਨ ਲੈਣਾ, ਸਮੱਸਿਆ ਆਊ। ਬਿਲਕੁਲ ਸਮੱਸਿਆ ਜੇ ਕੋਈ ਕਾਰੋਬਾਰ ਸ਼ੁਰੂ ਕਰਨਾ, ਕੋਈ ਦੁਕਾਨ ਪਾਉਣੀ ਹੈ, ਉੱਥੇ ਵੀ ਸਮੱਸਿਆ ਆਊਗੀ। ਕੋਈ ਗੱਡੀ ਲੈਣੀ ਹੈ, ਤੁਸੀਂ ਕਾਰ ਲੈਣ ਜਾਂਦੇ ਹੋ, ਫਾਈਨੈਂਸ ਕਰਾਉਂਦੇ ਹੋ, ਕੁਝ ਵੀ ਕਰਦੇ ਹੋ, ਉਹ ਸਭ ਤੋਂ ਪਹਿਲਾਂ ਤੁਹਾਡਾ ਉਧਾਰ ਖਾਤਾ ਚੈੱਕ ਕਰਨਗੇ। ਉਧਾਰ ਖਾਤਾ ਚੈੱਕ ਕਰਨ ਵਾਸਤੇ ਹੁਣ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਹੁੰਦੇ ਸੀ, ਅਸੀਂ ਆਪਣੀਆਂ ਹੱਟੀਆਂ ਨੂੰ ਲੱਗੇ ਹੋਏ ਹੁੰਦੇ ਸੀ। ਸਾਡੇ ਮੁਹੱਲੇ ਦੀ ਜਾਂ ਸਾਡੇ ਪਾਸੇ ਦੀ ਇੱਕ ਹੱਟੀ ਹੈ, ਉਹ ਸਾਡੀ ਡਾਇਰੀ ਲਗਾ ਕੇ ਰੱਖਦਾ ਸੀ, ਉਹ ਸਾਡਾ ਇੱਕ ਉਧਾਰ ਖਾਤੇ ਦਾ ਮੈਨੇਜਰ ਸੀ। ਹੁਣ ਇਹ ਇੱਕ ਵੱਡੇ ਪਿੰਡ ਦੀ ਗੱਲ ਕਰਦੇ ਆ, ਵੱਡੇ ਕੈਨੇਡਾ ਦੀ ਗੱਲ ਕਰਦੇ ਆ, ਇੱਥੇ ਦੋ ਜਿਹੜੀਆਂ ਅਦਾਰੇ ਆ, ਟਰਾਂਸ ਯੂਨੀਅਨ ਤੇ ਇਕੁਇਫੈਕਸ, ਉਹ ਸਾਰੇ ਕੈਨੇਡੀਅਨਸ ਦਾ ਉਧਾਰ ਖਾਤਾ ਮੈਨੇਜ ਕਰ ਰਹੇ ਆ। ਤੇ ਜਿੱਥੇ ਵੀ ਤੁਸੀਂ ਕੋਈ ਲੋਨ ਲੈਣ ਜਾਓਗੇ, ਉਹਨਾਂ ਨੇ ਇਹਨਾਂ ਅਦਾਰਿਆਂ ਨਾਲ ਚੈੱਕ ਕਰਨਾ ਕਿ ਇੱਥੇ ਸਾਡਾ ਕੋਈ ਉਧਾਰ ਖਾਤਾ ਤਾਂ ਨਹੀਂ ਹੈ। ਬੇਸ਼ੱਕ ਤੁਸੀਂ ਕ੍ਰੈਡਿਟ ਕਾਰਡ ਦਾ ਬਿੱਲ ਲੇਟ ਕੀਤਾ ਆ ਜਾਂ ਨਹੀਂ ਦਿੱਤਾ ਹੋਇਆ, ਜਾਂ ਤੁਸੀਂ ਆਪਣੇ ਫੋਨ ਦਾ ਬਿੱਲ ਟਾਈਮ ਤੇ ਨਹੀਂ ਦਿੱਤਾ, ਕੋਈ ਵੀ ਐਸੀ ਸਰਵਿਸ ਜਿਹੜੀ ਤੁਸੀਂ ਲੈ ਪਹਿਲਾਂ ਲਈ ਆ, ਜਿਹਦਾ ਪੈਸੇ ਬਾਅਦ ਵਿੱਚ ਦੇਣੇ ਸੀ ਤੇ ਨਹੀਂ ਦਿੱਤੇ, ਉਹ ਤੁਹਾਡੇ ਕ੍ਰੈਡਿਟ ਦੇ ਉੱਪਰ ਵਹੀ ਖਾਤੇ ਦੇ ਵਿੱਚ ਲਿਖੇ ਜਾਣਗੇ, ਲੇਟ ਪੇਮੈਂਟ ਆਈ ਹੈ ਜਾਂ ਪੇਮੈਂਟ ਨਹੀਂ ਆਈ, ਤੇ ਉਹ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਨੂੰ ਉਧਾਰ ਦੇਣ ਤੋਂ ਕਤਰਾਏਗਾ। ਠੀਕ ਹੈ ਜੀ। ਜਸਵੀਰ ਸਿੰਘ ਜੀ, ਆਖਰੀ ਇੱਕ ਗੱਲ ਕਰਨੀ ਆ, ਕੁਝ ਹੋਰ ਮੁੱਦੇ ਸੀ ਫਿਰ ਵਿਚਾਰਾਂਗੇ। ਦੋ ਚੀਜ਼ਾਂ ਕਲੀਅਰ ਹੋ ਗਈਆਂ ਜੀ। ਇੱਕ ਤਾਂ ਤੁਸੀਂ ਆਪਣਾ ਟੈਕਸ ਫਾਈਲ ਕਰਨਾ ਹੈ ਤੇ ਅਪ੍ਰੈਲ ਮਹੀਨੇ ਦੀ ਆਖਰੀ ਤਰੀਕ ਤੋਂ ਪਹਿਲਾਂ ਕਰਨਾ, ਤੁਹਾਡੇ ਕੋਲੇ ਅਜੇ 1.5 ਮਹੀਨੇ ਤੋਂ ਵੱਧ ਦਾ ਸਮਾਂ ਪਿਆ। ਦੂਸਰੀ ਗੱਲ ਇਹ ਹੈ ਕਿ ਕ੍ਰੈਡਿਟ ਕਾਰਡ ਦੀ ਪੇਮੈਂਟ ਵੇਲੇ ਸਿਰ ਜਾਣੀ ਚਾਹੀਦੀ ਆ, ਨਹੀਂ ਤਾਂ ਬਹੁਤ ਲੰਬੇ ਸਮੇਂ ਤੱਕ ਕਈ ਵਾਰੀ ਆਲੇ ਦੁਆਲੇ ਵਾਲੇ ਕਹਿੰਦੇ ਹੁੰਦੇ ਕਿਹੜੀ ਗੱਲ ਆ ਯਾਰ, ਕੁਛ ਨਹੀਂ ਹੁੰਦਾ, 4 ਰੁਪਏ ਵੱਧ ਘਾਟਾ ਦੇ ਦਾਂਗੇ, ਪਰ ਉਹ ਤੁਹਾਡੇ ਨਾਲ ਫਿਰ ਨਾ ਬੋਲਦਾ ਤੁਹਾਡਾ। ਤੀਸਰੀ ਗੱਲ ਕਿ ਬੱਚੇ ਨੇ ਆਉਣਾ ਹੁੰਦਾ ਤੇ ਆਣ ਕੇ ਕਾਰ ਲੈ ਲਈ ਜਾਂਦੀ ਹੈ ਕਿ ਜੀ ਕੰਮ ਤੇ ਦੂਰ ਜਾਣਾ ਪੈਂਦਾ, ਰਾਤ ਬਰਾਤੇ ਜਾਣਾ ਪੈਂਦਾ। ਹੈ ਤਾਂ ਇੱਕ ਸਹੂਲਤ ਹੈ, ਜਿਹਨੂੰ ਲੋੜ ਹੈ ਉਹਨੂੰ ਲੈ ਵੀ ਲੈਣੀ ਚਾਹੀਦੀ ਹੈ, ਜਿਹੜਾ ਬਚ ਸਕਦਾ ਉਹ ਬਚੇ ਵੀ। ਹੁਣ ਉਹਦੀ ਇੰਸ਼ੋਰੈਂਸ, ਕਿਉਂਕਿ ਜਦੋਂ ਇੰਟਰਨੈਸ਼ਨਲ ਸਟੂਡੈਂਟ ਆਉਂਦਾ, ਲਾਇਸੈਂਸ ਕਈ ਵਾਰੀ ਇੰਡੀਆ ਦਾ ਹੀ ਹੁੰਦਾ ਤੇ ਇੰਸ਼ੋਰੈਂਸ ਬਹੁਤ ਹੁੰਦੀ ਹੈ। ਕਈ ਵਾਰੀ ਉਹ ਜਿਹੜੇ ਖਾਤੇ 'ਚੋਂ ਚੱਕਦੇ ਆ ਉੱਥੇ ਪੈਸੇ ਥੋੜ੍ਹੇ ਹੁੰਦੇ ਆ, ਉਹ ਸਲਾਹ ਮੇਰੇ ਵਰਗੇ ਦੇ ਦਿੰਦੇ ਆ, ਕੋਈ ਗੱਲ ਨਹੀਂ ਅਗਲੇ ਮਹੀਨੇ ਇਕੱਠੀ ਚੱਕ ਲੈਣਗੇ। ਉਹਦਾ ਵੀ ਰਿਕਾਰਡ ਦੇ ਉੱਤੇ ਕਿਤੇ ਅਸਰ ਪੈਂਦਾ, ਕ੍ਰੈਡਿਟ ਹਿਸਟਰੀ ਤੇ ਅਸਰ ਪੈ ਸਕਦਾ। ਦੇਖੋ ਗੱਲ ਉਹੀ ਹੈ ਕਿ ਅਸੀਂ ਸਰਵਿਸ ਪਹਿਲਾਂ ਯੂਜ਼ ਕਰ ਰਹੇ ਹਾਂ ਜੀ, ਉਹ ਸਰਵਿਸ ਦੇ ਪੈਸੇ ਅਸੀਂ ਬਾਅਦ ਵਿੱਚ ਦੇ ਰਹੇ ਹਾਂ। ICBC ਜੋ ਬ੍ਰਿਟਿਸ਼ ਕੋਲੰਬੀਆ ਦਾ ਇੱਕ ਇੰਸ਼ੋਰੈਂਸ ਅਦਾਰਾ ਆ, ਉਸ ਅਦਾਰੇ ਦੇ ਵਿੱਚ ਪ੍ਰੋਟੈਕਟ ਰਹਿਣਾ, ਖਾਸ ਤੌਰ ਤੇ ਗੱਡੀ ਸੜਕ ਤੇ ਲੈ ਜਾ ਕੇ, ਜੀ ਇਹ ਤਾਂ ਜਾਨ ਨਾਲੋਂ ਵੀ ਜ਼ਿਆਦਾ ਪਿਆਰੀ ਚੀਜ਼ ਹੈ। ਅਗਰ ਕੋਈ ਵੀ ਹਾਦਸਾ ਵਾਪਰਦਾ ਹੈ ਤੇ ਜਿੱਥੇ ਮਿਲੀਅਨਸ ਦਾ ਹਰਜ਼ਾਨਾ ਦੇਣਾ ਪੈ ਸਕਦਾ ਆ, ਤਾਂ ਉਹ ਮੇਰੇ ਵਰਗਾ ਮਿਲੀਅਨਸ ਦਾ ਹਰਜ਼ਾਨਾ ਕਿੱਥੋਂ ਭਰੇਗਾ, ਕਿੱਥੋਂ ਦੂਸਰੇ ਦੀ ਗੱਡੀ ਠੀਕ ਕਰਵਾਏਗਾ। ਤੇ ਅਗਰ ICBC ਇੰਸ਼ੋਰੈਂਸ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਰੈਕੋਰਡ ਖਰਾਬ ਹੋ ਚੁੱਕਾ ਹੈ ਕਿ ਚਲੋ 1 ਮਹੀਨੇ ਦੀ ਕਿਸ਼ਤ ਅਸੀਂ ਦੂਸਰੇ ਦੇ ਦਿਆਂਗੇ, ਤੀਸਰੇ ਦੇ ਦਿਆਂਗੇ, ਕੁਝ ਐਸੇ ਹਾਲਾਤ ਹੁੰਦੇ ਆ ਜਿੱਥੇ ਤੁਸੀਂ ਉਸ ਅਦਾਰੇ ਨੂੰ ਕੰਟੈਕਟ ਕਰਕੇ ਉਹਨਾਂ ਤੋਂ ਰਿਕੁਐਸਟ ਕੋਈ ਕਰ ਸਕਦੇ ਹੋ, ਉਹ ਤੁਹਾਨੂੰ ਕੋਈ ਰਿਲੀਫ ਦੇ ਸਕਦੇ ਆ। ਪਰ ਜੇ ਅਸੀਂ ਕੰਟੀਨਿਊਸਲੀ ਇਹੀ ਪੈਟਰਨ ਅਪਣਾ ਲਿਆ ਆ ਤਾਂ ਫਿਰ ਨੈਚੁਰਲੀ ਉਹ ਤੁਹਾਡੀ ਇੰਸ਼ੋਰੈਂਸ ਕੈਂਸਲ ਹੋਏਗੀ। ਤੁਸੀਂ ਇੰਸ਼ੋਰੈਂਸ ਤੋਂ ਬਿਨਾਂ ਗੱਡੀ ਚਲਾਓਗੇ ਤਾਂ ਹਰ ਹਰਜ਼ਾਨੇ ਲਈ, ਚਾਹੇ ਉਹ ਕੱਖ ਤੋਂ ਲੈ ਕੇ ਲੱਖ ਦਾ ਹੋਵੇ, ਜ਼ਿੰਮੇਵਾਰੀ ਆਪਣੀ ਹੋਏਗੀ। ਸੋ ਪਹਿਲਾਂ ਹੀ ਇੰਟਰਨੈਸ਼ਨਲ ਸਟੂਡੈਂਟਸ ਦਾ ਬਹੁਤ ਪੈਸੇ ਫੀਸਾਂ ਦੇ ਰੂਪ 'ਚ ਦੇ ਰਿਹਾ ਹੁੰਦਾ ਆ। ਸੋ ਬੈਟਰ ਇਹ ਹੈ ਕਿ ਆਪਣੇ ਆਪ ਨੂੰ ਪ੍ਰੋਟੈਕਟ ਰੱਖਿਆ ਜਾਵੇ। ਠੀਕ ਹੈ ਜੀ। ਕੁਛ ਹੋਰ ਜੀ ਜਾਂਦਿਆਂ ਸਾਡੇ ਵਿਦਿਆਰਥੀ ਭਾਈਚਾਰੇ ਨੂੰ ਕਹਿਣਾ ਹੋਵੇ ਤਾਂ? ਇਹੀ ਕਹਿਣਾ ਚਾਹਾਂ, ਵੈਸੇ ਤਾਂ ਸਿਆਣੇ ਨੇ ਜੀ ਸਾਰੇ, ਬੜੇ 6.5 ਬੈਂਡ ਲੈ ਕੇ ਆਏ ਹੋਏ ਨੇ ਤੇ ਬਹੁਤ ਹੀ ਅੱਛੇ ਮਾਰਕਸ ਲੈ ਕੇ ਸਾਰੇ ਆਏ ਹੋਏ ਨੇ, ਸਾਰੇ ਬੜੇ ਮਿਹਨਤੀ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਸਾਰੇ PR ਹੋਣਗੇ। ਪਰ ਆਪਣੇ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ,
ਕੋਈ ਸਮਝਾਵੇ ਨਾ ਸਮਝਾਵੇ, ਹੱਥਾਂ 'ਚ ਫੜੇ ਹੋਏ ਸਮਾਰਟਫੋਨ ਦੇ ਉੱਤੇ ਗੂਗਲ ਟਾਈਪ ਕਰਕੇ ਜੋ ਵੀ ਮਨ 'ਚ ਸਵਾਲ ਆਉਂਦਾ ਟਾਈਪ ਕਰੋ ਜੀ। ਕਿਸੇ ਚੰਗੇ ਕੰਸਲਟੈਂਟ ਟੈਕਸ ਨਾਲ ਜਾਂ ਇਮੀਗ੍ਰੇਸ਼ਨ ਵਾਲੇ ਨਾਲ ਕੰਟੈਕਟ ਕਰੋ ਕੋਈ ਸਵਾਲ ਆਉਂਦਾ ਜੀ। ਤੇ ਬਾਕੀ ਜੇ ਕੋਈ ਵੀ ਕੰਟੈਕਟ 'ਚ ਨਹੀਂ ਆਉਂਦਾ ਤਾਂ ਫਿਰ ਪਾਲ ਸਾਹਿਬ ਉਹਨਾਂ ਨੂੰ ਕੰਟੈਕਟ ਕਰੋ ਤੇ ਉਹ ਤੁਹਾਨੂੰ ਸਹੀ ਇਨਫੋਰਮੇਸ਼ਨ ਦੇ ਦੇਣਗੇ ਲਿਆ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਧੰਨਵਾਦ ਜੀ। ਸੋ ਜਸਵੀਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਹੋ ਰਹੀ ਸੀ, ਅਕਸਰ ਚਰਚਾ ਅਸੀਂ ਇਸ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਕਰਦੇ ਰਹਿੰਦੇ ਹਾਂ ਕਿ ਕਿਉਂਕਿ ਜਦੋਂ ਬੱਚਾ ਨਵਾਂ ਆਉਂਦਾ ਨਾ, ਕੋਈ ਪਿੰਡ ਦੇ ਵਿੱਚੋਂ ਆਇਆ, ਕੋਈ ਸ਼ਹਿਰ ਦੇ ਵਿੱਚੋਂ ਆਇਆ, ਜਿਹਦੇ ਤਾਂ ਇੱਥੇ ਪਰਿਵਾਰ ਦੇ ਮੈਂਬਰ ਨੇ, ਉਹਨੂੰ ਗਾਈਡੈਂਸ ਮਿਲ ਗਈ, ਉਹਨੂੰ ਵੇਲੇ ਸਿਰ ਪਤਾ ਲੱਗ ਜਾਣਾ ਕਿ ਟੈਕਸ ਭਰ, ਉਹਨੂੰ ਪਤਾ ਲੱਗ ਜਾਣਾ ਕ੍ਰੈਡਿਟ ਕਾਰਡ ਦੀ ਪੇਮੈਂਟ ਵੇਲੇ ਸਿਰ ਕਰ। ਪਰ ਜਦੋਂ ਅਸੀਂ ਕਿਸੇ ਉਸ ਥਾਂ ਦੇ ਉੱਤੇ ਆ ਜਾਂਦੇ ਹਾਂ ਜਿੱਥੇ ਕੋਈ ਸਾਨੂੰ ਦੱਸਣ ਵਾਲਾ ਨਹੀਂ ਹੁੰਦਾ, ਜਾਂ ਦੱਸਣ ਵਾਲਾ ਮੇਰੇ ਵਰਗਾ ਗਲਤ ਦੱਸਣ ਵਾਲਾ ਹੁੰਦਾ, ਫਿਰ ਥੋੜ੍ਹਾ ਔਖਾ ਹੁੰਦਾ। ਸੋ ਇਨਕਮ ਟੈਕਸ ਜਿਹੜੇ ਵਿਦਿਆਰਥੀ, ਚਾਹੇ ਤੁਸੀਂ ਇੱਕ ਦਿਨ ਕੰਮ ਕੀਤਾ ਜਾਂ ਕੰਮ ਨਹੀਂ ਵੀ ਕੀਤਾ, ਆਪਣੇ ਅਕਾਊਂਟੈਂਟ ਨਾਲ ਸੰਪਰਕ ਕਰੋ। T4 ਨਾਂ ਦੀ ਸ਼ੈ ਕੀ ਹੈ ਉਹਦੇ ਬਾਰੇ ਗੱਲ ਕਰੋ। ਜੇ ਨਹੀਂ ਵੀ T4 ਤਾਂ ਵੀ ਅਕਾਊਂਟੈਂਟ ਦੇ ਕੋਲ ਜਾਣਾ। ਕ੍ਰੈਡਿਟ ਕਾਰਡ ਦੀ ਪੇਮੈਂਟ ਵੇਲੇ ਸਿਰ ਕਰਨੀ ਆ, ਨਹੀਂ ਤਾਂ ਭਲਕ ਨੂੰ ਜਦੋਂ ਮੰਮੀ ਡੈਡੀ ਨੂੰ ਸੱਦਣਾ, ਕੋਈ ਭਰਾ ਭੈਣ ਨੇ ਆਉਣਾ, ਕੱਲ੍ਹ ਨੂੰ ਵਿਆਹ ਸ਼ਾਦੀਆਂ ਹੋਣੇ ਆ ਤੇ ਉਸ ਵੇਲੇ ਫਿਰ ਘਰ ਚਾਹੀਦਾ ਜਾਂ ਕਾਰ ਲੈਣੀ ਆ ਤੇ ਅਗਲੇ ਫਿਰ ਦਰਵਾਜ਼ਿਓਂ ਮੋੜ ਦਿੰਦੇ ਆ। ਤੇ ਤੀਸਰੀ ਗੱਲ, ਜੇ ਕਾਰ ਲੈ ਲਈ ਆ ਉਹਦੀ ਪੇਮੈਂਟ ਡਿਲੇ ਨਹੀਂ ਹੋਣੀ ਚਾਹੀਦੀ, ਇੰਸ਼ੋਰੈਂਸ ਦੀ। ਉਹ ਬਹੁਤ ਸਾਰੀਆਂ ਚੀਜ਼ਾਂ ਨੇ। ਕੁਝ ਹੋਰ ਮੁੱਦਿਆਂ ਦੇ ਉੱਤੇ ਵੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਜੇ ਪ੍ਰੋਗਰਾਮ ਠੀਕ ਲੱਗਿਆ ਤਾਂ ਆਪਦੀਆਂ ਟਿੱਪਣੀਆਂ ਜ਼ਰੂਰ ਕਰ ਦਿਓ। ਕੋਈ ਤੁਹਾਡਾ ਸਵਾਲ ਹੋਵੇ ਤਾਂ ਉਹ ਵੀ ਦੱਸ ਦਿਓ। ਅਗਲੀ ਵਾਰੀ ਆਪਾਂ ਜਸਵੀਰ ਸਿੰਘ ਹੋਰਾਂ ਤੋਂ ਪੁੱਛ ਲਾਂਗੇ। ਇੱਥੇ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।